ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੋਤ ਸਿੰਘ ਜਲੰਧਰ ਤੋਂ ਅੱਜ ਇੱਕ ਐਸੀ ਪਰਸਨੈਲਿਟੀ ਦੇ ਨਾਲ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਜਿਹੜੇ ਕਿ ਮੁਕਤਸਰ ਸਾਹਿਬ ਤੋਂ ਜਲੰਧਰ ਚੱਲ ਕੇ ਆਏ ਨੇ ਤੇ ਐਸੇ ਜ਼ਬਰਦਸਤ ਡਾਇਨਾਮਿਕ ਲੀਡਰ ਤੇ ਐਂਟਰਪ੍ਰੈਨਿਓਰ ਜਿਹੜੇ ਕਿ ਐਂਟਰਪ੍ਰੈਨਿਓਰਸ਼ਿਪ ਤੇ ਕੰਮ ਕਰ ਰਹੇ ਨੇ। ਮੇਰੀ ਮੁਰਾਦ ਮਿਸਟਰ ਰਜਿੰਦਰ ਸਿੰਘ ਜੀ ਔਲਖ। ਦੋਸਤੋ ਸਰ ਸਤਿ ਸ਼੍ਰੀ ਅਕਾਲ ਜੀ। ਰਜਿੰਦਰ ਸਰ, ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਸੋ ਤੇ ਮਚ। ਅਸੀਂ ਤੁਹਾਡੀ ਜਿਹੜੀ ਜਰਨੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ, ਅਸੀਂ ਉਸ ਐਕਸਪੀਰੀਅੰਸ ਦੇ ਨਾਲ ਆਪਣੇ ਦਰਸ਼ਕਾਂ ਨੂੰ ਇੱਕ ਚੀਜ਼ ਕਰਨਾ ਚਾਹੁੰਦੇ ਹਾਂ ਕਿ ਉਹ ਵੀ ਤੁਹਾਡੀ ਲਾਈਫ ਤੋਂ ਕੋਈ ਇਨਸਪੀਰੇਸ਼ਨ ਲੈ ਕੇ ਕੁਛ ਨਾ ਕੁਛ ਐਸਾ ਵੱਡਾ ਕਰਨ ਜੋ ਕਿ ਤੁਸੀਂ ਅੱਜ ਦੀ ਡੇਟ ਦੇ ਵਿੱਚ ਕਈ ਐਸੇ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇ ਕੇ ਕਰ ਚੁੱਕੇ ਹੋ। ਸੋ ਮੈਂ ਸਭ ਤੋਂ ਪਹਿਲੇ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ ਤੁਹਾਡੇ ਮੁੱਢਲੇ ਜੀਵਨ ਬਾਰੇ ਕਿ ਤੁਹਾਡਾ ਬਚਪਨ ਤੋਂ ਲੈ ਕੇ ਜਵਾਨੀ ਤੱਕ ਦਾ ਸਫ਼ਰ ਜਿਹੜਾ ਉਹ ਕਿਵੇਂ ਦਾ ਸੀ। ਦੋਸਤੋ ਮੇਰਾ ਜਿਹੜਾ ਜਵਾਨੀ ਤੋਂ ਬਚਪਨ ਤੋਂ ਜਵਾਨੀ ਤੱਕ ਦਾ ਆਪਾਂ ਗੱਲ ਕਰਦੇ ਹਾਂ। ਬਚਪਨ ਮੇਰਾ ਪਿੰਡ ਔਲਖ ਹੈ, ਮੁਕਤਸਰ ਜ਼ਿਲ੍ਹੇ ਦੇ ਵਿੱਚ ਉੱਥੇ ਗੁਜ਼ਰਿਆ ਔਰ ਮੈਂ +2 ਮੁਕਤਸਰ ਦਸ਼ਮੇਸ਼ ਖਾਲਸਾ ਕਾਲਜ ਤੋਂ ਕੀਤੀ ਔਰ ਉਸ ਤੋਂ ਬਾਅਦ ਮੈਂ ਜ਼ਿਆਦਾ ਨਹੀਂ ਪੜ੍ਹ ਸਕਿਆ, ਲੇਕਿਨ ਮੈਂ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਛਾਪਿਆਂ ਵਾਲੀ ਡਿਪਲੋਮਾ ਕਰਨਾ ਚਾਹਿਆ, ਲੇਕਿਨ ਲਾਸਟ ਈਅਰ ਦੇ ਵਿੱਚ ਕੁਛ ਇੱਦਾਂ ਦੀ ਮਿਸਹੈਪਨਿੰਗ ਹੋ ਗਈ ਕਿ ਮੈਂ ਨਹੀਂ ਕਰ ਪਾਇਆ। ਸੁਪਨੇ ਬਥੇਰੇ ਸੀ, ਕੰਮ ਬਥੇਰੇ ਕਰਨੇ ਚਾਹੁੰਦੇ ਸੀ, ਲੇਕਿਨ ਕੀਤੇ ਵੀ ਔਰ ਇਲੈਕਟ੍ਰੋਨਿਕਸ ਦਾ ਕਾਰੋਬਾਰ ਮੈਂ ਸ਼ੁਰੂਆਤ ਦੇ ਵਿੱਚ ਕੀਤਾ ਔਰ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਵੀ ਮੈਂ ਆਪਦੀ ਸ਼ਾਪ ਖੋਲ੍ਹੀ ਜੀ ਬਟ ਉਹਦੇ 'ਤੇ ਵੀ ਦੁਕਾਨਦਾਰੀ ਨਹੀਂ ਸਿੱਖੀ, ਲੇਕਿਨ ਕੰਮ ਆਉਂਦਾ ਸੀ ਜੀ ਤਾਂ ਉਹਦੀ ਵਜ੍ਹਾ ਕਰਕੇ ਮੈਂ ਉਹਦੇ 'ਚ ਕਾਮਯਾਬ ਨਹੀਂ ਹੋ ਪਾਇਆ। ਜੀ ਉਸ ਤੋਂ ਬਾਅਦ ਫਿਰ ਮੈਂ ਟਰਾਂਸਪੋਰਟ ਦੇ ਡਿਪਾਰਟਮੈਂਟ ਦੇ ਵਿੱਚ ਚਲਾ ਗਿਆ। ਉਹਦੇ ਵਿੱਚ ਕੀ ਹੋਇਆ ਕਿ ਅਸੀਂ ਆਪਦੀਆਂ ਬੱਸਾਂ ਦਾ ਕਾਰੋਬਾਰ ਸਟਾਰਟ ਕੀਤਾ ਜੀ ਬਟ ਨਹੀਂ ਕਾਮਯਾਬ ਹੋ ਪਾਏ। ਫਿਰ ਲੱਗਿਆ ਕਿ 35 ਸਾਲ ਦੀ ਏਜ ਜਦੋਂ ਹੋਣ ਲੱਗੀ ਤਾਂ ਲੱਗਿਆ ਕਿ ਹੁਣ ਕੋਈ ਨਾ ਕੋਈ ਜੌਬ ਕਰ ਲੈਣੀ ਚਾਹੀਦੀ ਹੈ, ਕਿਉਂਕਿ ਤਜਰਬੇ ਬਹੁਤ ਕਰ ਲਏ ਆ। ਦੂਰਦਰਸ਼ਨ 'ਤੇ ਵੀ ਇੱਕ ਪ੍ਰੋਗਰਾਮ ਲੈ ਕੇ ਦੇਖਿਆ ਸੀ ਦੋਸਤਾਂ ਦੇ ਨਾਲ ਰਲ ਕੇ, ਸ਼ਾਮ ਸੁਨਹਿਰੀ ਪ੍ਰੋਗਰਾਮ ਸੀਗਾ ਜੀ ਜੀ ਬਟ ਉਹਦੇ 'ਚ ਵੀ ਅਸੀਂ ਕਿਤੇ ਨਾ ਕਿਤੇ ਫੇਲ ਹੋਏ ਔਰ ਜੀ ਲੱਗਿਆ ਕਿ ਹੁਣ ਚਲੋ ਉਮਰ ਜ਼ਿਆਦਾ ਹੋਣ ਜਾ ਰਹੀ ਹੈ, ਓਵਰ ਏਜ ਹੋ ਜਾਵਾਂਗੇ, ਕਿਤੇ ਜੌਬ ਨਹੀਂ ਮਿਲਣੀ। ਤਾਂ ਜਾਂਦੇ ਚੋਰ ਦੀ ਲਗੋਟੀ ਸੀ ਵਾਲਾ ਹਿਸਾਬ ਕਿ ਮੈਂ PRTC ਵਿੱਚ ਬਠਿੰਡਾ ਡਿਪੂ 'ਚ ਬਤੌਰ ਬੱਸ ਕੰਡਕਟਰ ਭਰਤੀ ਹੋਇਆ ਔਰ ਉੱਥੇ ਮੇਰੀ ਕੰਟਰੈਕਟ ਬੇਸ ਦੇ ਵਿੱਚ ਅਗਰ ਗੱਲ ਕਰਾਂ ਤਾਂ 6 ਤੋਂ 7 ਹਜ਼ਾਰ ਰੁਪਇਆ ਮੰਥਲੀ ਮੇਰੀ ਪੇ ਬਣਦੀ ਸੀ। ਜੀ ਸਰ। ਗੱਲ ਕਰੀਏ ਤਾਂ ਕਿਲੋਮੀਟਰ ਸਕੀਮ ਸੀਗਾ ਇੱਕ ਤਰ੍ਹਾਂ ਦਾ, ਉਹਦੇ 'ਚ ਕਿਲੋਮੀਟਰ ਦੇ 49 ਪੈਸੇ ਮਿਲਦੇ ਸੀ ਜੀ ਸਾਨੂੰ, ਸਰ। ਵੀ 49 ਪੈਸੇ ਪਰ ਕਿਲੋਮੀਟਰ। ਪਰ ਕਿਲੋਮੀਟਰ ਅਗਰ ਗੱਡੀ ਖੜ ਗਈ, ਬੱਸ ਖੜ ਗਈ ਤਾਂ ਆਪਣਾ ਵੀ ਉੱਥੇ ਹੀ ਮੀਟਰ ਡਾਊਨ ਹੋ ਜਾਂਦਾ ਹੈ। ਜ਼ੀਰੋ ਹੋ ਜਾਂਦਾ ਸੀ। ਬਟ ਲੱਗਦਾ ਸੀਗਾ ਕਿ ਕਿਤੇ ਨਾ ਕਿਤੇ ਪੱਕੇ ਹੋ ਜਾਵੇ, ਪਰ ਜਦੋਂ ਪਤਾ ਲੱਗਿਆ ਕਿ ਇੱਥੇ ਪੱਕੇ ਹੋਣ ਦਾ ਚਾਂਸ ਨਹੀਂ ਆ ਔਰ ਇਸੇ ਦੌਰਾਨ ਮੇਰਾ ਇੱਕ ਐਕਸੀਡੈਂਟ ਹੋਇਆ ਮੇਜਰ ਕਾਫੀ ਔਰ ਮੈਂ 8-9 ਮਹੀਨੇ ਜਿਹੜਾ ਹੈਗਾ ਬੈੱਡ 'ਤੇ ਰਿਹਾ ਔਰ ਮੈਨੂੰ ਲੱਗਿਆ ਕਿ ਲੋਕ ਕਹਿੰਦੇ ਕਿ ਬਹੁਤ ਮਾੜਾ ਹੋਇਆ, ਮੈਨੂੰ ਵੀ ਲੱਗਿਆ ਕਿ ਬਹੁਤ ਮਾੜਾ ਹੋਇਆ ਜੀ ਸਰ। ਬਟ ਮੈਨੂੰ ਇਹ ਲੱਗਿਆ ਕਿ ਪਰਮਾਤਮਾ ਨੇ ਮੇਰੇ ਲਈ ਇੱਕ ਵਧੀਆ ਮੌਕਾ ਦਿੱਤਾ ਸ਼ਾਇਦ, ਜੀ ਇਹ ਦੁਬਾਰਾ ਜ਼ਿੰਦਗੀ ਦਿੱਤੀ ਆ ਔਰ ਮੈਨੂੰ ਕੋਈ ਸੋਚ ਸਮਝ ਕੇ ਉਹਨੇ ਮੇਰੇ ਨਾਲ ਇੱਦਾਂ ਦਾ ਵਾਪਰਿਆ। ਜੀ ਸਰ। ਤਾਂ ਕਦੀ ਵੀ ਸਾਨੂੰ ਨੈਗੇਟਿਵ ਸੋਚ ਨਹੀਂ ਰੱਖਣੀ ਚਾਹੀਦੀ, ਪੋਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ। ਨੌਕਰੀ ਦੇ ਦਰਮਿਆਨ ਇੱਕ ਚੀਜ਼ ਦਾ ਤਾਂ ਪਤਾ ਲੱਗ ਗਿਆ ਸੀ ਕਿ ਨੌਕਰੀ ਵਾਲਾ ਬੰਦਾ ਕਦੇ ਵੀ ਕਰੋੜਪਤੀ ਨਹੀਂ ਬਣ ਸਕਦਾ। ਜੀ 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 ਠੀਕ ਹੈ, ਤਾਂ ਉਹ ਕੌਣ ਬਣ ਸਕਦਾ? ਸਿਰਫ ਬਿਜ਼ਨਸਮੈਨ। ਠੀਕ ਹੈ, ਔਰ ਬਿਜ਼ਨਸ ਦੇ ਵਿੱਚ ਵੀ ਕਾਫੀ ਕੌੜੇ ਮਿੱਠੇ ਤਜਰਬੇ ਹੋ ਚੁੱਕੇ ਸੀਗੇ। ਜੀ ਸਰ। ਤਾਂ ਇਸੇ ਦੌਰਾਨ ਨੈਟਵਰਕਿੰਗ ਦੇ ਵਿੱਚ ਪੈਰ ਧਰਨ ਦਾ ਮੌਕਾ ਮਿਲ ਗਿਆ। ਜੀ ਸਰ। ਸਰ, ਇਸ ਦੌਰਾਨ ਤੁਹਾਨੂੰ ਇੱਕ ਵਾਰੀ ਵੀ ਇੰਜ ਲੱਗਾ ਹੋਵੇ ਆਪਣੀ ਜੌਬ ਦੇ ਵਿੱਚ ਕਿ ਮੈਂ ਆਪਣੇ ਸੁਪਨੇ ਕਿਵੇਂ ਪੂਰੇ ਕਰ ਸਕਦਾ, ਕੀ ਰਾਹ ਆ ਮੇਰੇ ਕੋਲ, ਜਾਂ ਕੀ ਐਸਾ ਤੁਹਾਡੇ ਕੋਲ ਕੋਈ ਇੰਤਜ਼ਾਮ ਸੀਗਾ ਕਿ ਤੁਸੀਂ ਕਰੋੜਪਤੀ ਬਣ ਸਕਦੇ ਸੀ ਆਪਣੀ ਜੌਬ ਦੇ ਦੌਰਾਨ? ਜੌਬ ਦੇ ਦਰਮਿਆਨ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਚੁੱਕਿਆ ਕਿ ਕਦੇ ਵੀ ਕੋਈ ਬੰਦਾ ਜੌਬ ਵਾਲਾ ਜੀ ਕਰੋੜਪਤੀ ਬਣ ਹੀ ਨਹੀਂ ਸਕਦਾ। ਨਹੀਂ ਬਣ ਸਕਦਾ। ਠੀਕ ਹੈ, ਉਹਦੇ ਲਈ ਤੁਹਾਨੂੰ ਕੋਈ ਨਾ ਕੋਈ ਬਿਜ਼ਨਸ ਜ਼ਰੂਰ ਕਰਨਾ ਪਊਗਾ। ਅਗਰ ਤੁਸੀਂ ਬਿਜ਼ਨਸ ਕਰਦੇ ਹੋ ਉਹਦੇ ਲਈ ਪੈਸਾ ਵੀ ਚਾਹੀਦਾ, ਬਿਲਕੁਲ ਸਰ। ਟਾਈਮ ਵੀ ਚਾਹੀਦਾ, ਬਿਲਕੁਲ। ਠੀਕ ਹੈ, ਉਹਦੇ ਲਈ ਇੱਕ ਵਧੀਆ ਲੋਕੇਸ਼ਨ ਵੀ ਚਾਹੀਦਾ ਤੇ ਫਿਰ ਜਿਹੜੇ ਤੁਸੀਂ ਬਿਜ਼ਨਸ ਦੇ ਵਿੱਚ ਪੈਣਾ ਚਾਹੁੰਦੇ ਹੋ ਉਹਦੀ ਮਾਰਕੀਟ 'ਚ ਡਿਮਾਂਡ ਵੀ ਹੋਣੀ ਚਾਹੀਦੀ ਹੈ। ਡਿਮਾਂਡ। ਠੀਕ ਹੈ, ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਫੇਲ ਹੋ ਜਾਂਦੇ ਹਾਂ। ਜੀ ਸਰ। ਠੀਕ ਹੈ, ਬਟ ਇਸੇ ਦੌਰਾਨ ਮੈਂ ਨੈਟਵਰਕਿੰਗ ਦੇ ਵਿੱਚ ਆਇਆ ਔਰ ਨੈਟਵਰਕਿੰਗ ਦੇ ਵਿੱਚ ਮੈਨੂੰ ਆ ਕੇ ਲੱਗਿਆ ਕਿ ਹਾਂ, ਇਹ ਕਿੱਦਾਂ ਦਾ ਪਲੇਟਫਾਰਮ ਹੈਗਾ ਮਲਟੀ ਲੈਵਲ ਮਾਰਕੀਟਿੰਗ, ਜਿਹਦੇ 'ਚ ਅਸੀਂ ਆਪਦੇ ਸਾਰੇ ਸੁਪਨੇ ਸੱਚ ਕਰ ਸਕਦੇ ਹਾਂ ਔਰ ਜੀ ਸਰ। ਆਲੇ ਟਾਈਮ ਦੇ ਵਿੱਚ ਕਰੋੜਪਤੀ ਬਣ ਸਕਦੇ ਹਾਂ। ਸਰ, ਤੁਹਾਡਾ ਕਿੰਨੇ ਕੁ ਸਾਲ ਦਾ ਤਜਰਬਾ ਨੈਟਵਰਕ ਮਾਰਕੀਟਿੰਗ ਦਾ ਸੀਗਾ ਇਸ ਕਨਸੈਪਟ ਤੋਂ ਪਹਿਲਾਂ? ਡਿਪਲੋਮੇ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਤਾਂ ਮੈਂ ਘਰ ਦੇ ਵਿੱਚ ਜਦੋਂ ਫ੍ਰੀ ਸੀ ਤੇ MBA ਉਦੋਂ ਦੇਖੀ ਸੰਨ 2000 ਦੇ ਆਸ-ਪਾਸ ਦੀ ਗੱਲ ਸੀਗੀ ਆ। ਤੇ MBA ਦੇ ਵਿੱਚ ਮੈਂ ਕੌੜੇ ਮਿੱਠੇ ਤਜਰਬੇ ਬਹੁਤ ਦੇਖੇ ਔਰ ਜੀ। ਕਈ ਥਾਂ ਤੇ ਇਦਾਂ ਵੀ ਲੱਗਿਆ ਕਿ ਗੰਜੇ ਨੂੰ ਕੰਘੀ ਵੇਚਣ ਵਾਲਾ ਕੰਮ ਹੈਗਾ ਜੀ ਔਰ ਉਹਦੇ 'ਚ ਪ੍ਰੋਡਕਟ ਬਹੁਤ ਅੱਛੇ ਸੀ। ਠੀਕ ਹੈ, ਜੀ ਸਰ। ਕੰਪਨੀ ਬਹੁਤ ਅੱਛੀ ਸੀ ਬਟ ਅਗਰ ਗੱਲ ਕਰਾਂ ਤਾਂ ਪੈਸਾ ਨਹੀਂ ਸੀ ਬਣਦਾ। ਐਸਾ ਨਹੀਂ ਸੀ। ਠੀਕ ਹੈ,
ਤਾਂ ਸਿੱਖਿਆ ਬਹੁਤ, ਬਟ ਕੋਈ ਪਲੇਟਫਾਰਮ ਵਧੀਆ ਨਹੀਂ ਸੀ ਮਿਲਦਾ। ਜੀ ਸਰ। ਤਾਂ ਇਹ ਅਗਰ ਗੱਲ ਕਰੀਏ ਤਾਂ ਲਾਸਟ 2 ਸਾਲ 2.5 ਸਾਲ ਹੋ ਗਏ ਮੈਨੂੰ ਇਸ ਕਨਸੈਪਟ ਦੇ ਵਿੱਚ ਆਇਆ। ਜੀ ਸਰ। ਇਹਦੇ ਚ ਨਵੇਂ ਸਿਰੋਂ ਆ ਕੇ ਇੱਕ ਤਰ੍ਹਾਂ ਦਾ ਪਰਮਾਤਮਾ ਨੇ ਜਿਹੜੀ ਕਿ ਜ਼ਿੰਦਗੀ ਐਕਸੀਡੈਂਟ ਤੋਂ ਬਾਅਦ ਦਿੱਤੀ ਹੈ ਮੈਨੂੰ ਸਰ। ਜੀ ਸਰ। ਸਰ ਐਸਾ ਕਿਹੜਾ ਇਨਸੀਡੈਂਟ ਹੋਇਆ ਕਿ ਤੁਹਾਨੂੰ ਇਸ ਕਨਸੈਪਟ ਦੇ ਨਾਲ ਤੁਹਾਨੂੰ ਲੱਗਿਆ ਕਿ ਮੈਨੂੰ ਜੁੜਨਾ ਚਾਹੀਦਾ ਇਸ ਕਨਸੈਪਟ ਦੇ ਨਾਲ? ਐਸਾ ਕਿਹੜਾ ਇਨਸੀਡੈਂਟ ਤੁਹਾਡੀ ਲਾਈਫ 'ਚ ਹੋਇਆ ਕਿ ਤੁਹਾਨੂੰ ਲੱਗਦਾ ਸੀ ਕਿ ਮੈਨੂੰ ਇਸ ਕਨਸੈਪਟ ਦੇ ਨਾਲ ਕੰਮ ਕਰਨਾ ਚਾਹੀਦਾ ਹੈ? ਦੇਖੋ, ਜਿਵੇਂ ਮੈਂ ਪਹਿਲੇ ਦੱਸ ਚੁੱਕਿਆ ਕਿ ਕੌੜੇ ਮਿੱਠੇ ਤਜਰਬੇ ਹੈ ਨਾ। ਜੀ ਸਰ। ਤਾਂ ਕੌੜੇ ਮਿੱਠੇ ਤਜਰਬੇ ਕਾਫੀ ਦੇਖੇ ਸੀਗੇ, ਔਰ ਮੇਰੇ ਇੱਕ ਦੋਸਤ ਨੇ ਜਿਨ੍ਹਾਂ ਨੂੰ ਮੈਂ ਰੱਬ ਦੀ ਤਰ੍ਹਾਂ ਪਰਮਾਤਮਾ ਤੋਂ ਬਾਅਦ ਉਹਨਾਂ ਦਾ ਨਾਮ ਲੈਣਾ, ਜੀ ਸਰ। ਸ਼੍ਰੀ ਮਨੀਸ਼ ਸ਼ਰਮਾ ਜੀ, ਪਠਾਨਕੋਟ ਤੋਂ। ਜੀ ਸਰ। ਉਹਨਾਂ ਨੇ ਮੈਨੂੰ ਕਾਲ ਕੀਤੀ ਵੀ ਇਦਾਂ ਦਾ ਇੱਕ ਕਨਸੈਪਟ ਹੈਗਾ ਤੇ ਆਪਾਂ ਮਿਲਣਾ ਹੈਗਾ। ਜੀ। ਆਪਾਂ ਮਿਲੇ, ਉਹਨਾਂ ਨੇ ਮੈਨੂੰ ਪ੍ਰੋਡਕਟਾਂ ਬਾਰੇ ਜਾਣਕਾਰੀ ਦਿੱਤੀ, ਬਿਜ਼ਨਸ ਪਲਾਨ ਸਮਝਾਇਆ, ਲੇਕਿਨ ਆਪਾਂ ਐਂ ਦੀ ਸੁਣਿਆ ਤੇ ਇਹ ਨਹੀਂ ਕਰਤਾ। ਜੀ। ਲੇਕਿਨ ਲਾਸਟ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਦਿਖਾਈਆਂ ਕੁਝ ਲੋਕਾਂ ਦੀਆਂ, ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਇੱਕ ਮੈਂ ਵੀਡੀਓ ਦੇਖੀ ਜਿਹਦੇ 'ਚ ਦੱਸਿਆ ਗਿਆ ਸੀਗਾ ਕਿ ਇੱਕ ਬੰਦਾ ਪਠਾਨਕੋਟ ਤੋਂ ਸੀ, ਉਹਦੀ ਸ਼ੂਗਰ 180 ਤੋਂ 380 ਦੇ ਦਰਮਿਆਨ ਰਹਿੰਦੀ ਸੀ, ਲੇਕਿਨ 25 ਦਿਨ ਕੌਫੀ ਪੀਣ ਦੀ ਵਜ੍ਹਾ ਕਰਕੇ, ਆਪਣੀ ਕੰਪਨੀ ਦੇ ਵਿੱਚ ਕੌਫੀ ਹੁੰਦੀ ਹੈ, ਉਹ ਪੀਣ ਦੀ ਵਜ੍ਹਾ ਕਰਕੇ ਉਸ ਬੰਦੇ ਦੀ ਜੀ ਜਿਹੜੀ ਸ਼ੂਗਰ ਹੈ ਜਲੇਬੀਆਂ ਖਾਣ ਤੋਂ ਬਾਅਦ ਵੀ 106 ਆਈ। ਵੈਰੀ ਗੁੱਡ। ਔਰ ਮੈਨੂੰ ਇਹ ਲੱਗਿਆ ਕਿ ਇਹ ਤਾਂ ਸਮੇਂ ਦੀ ਡਿਮਾਂਡ ਹੈਗੀ ਆ, ਜੀ। ਮੰਗ ਹੈਗੀ ਆ ਇਹੋ ਜਿਹੀਆਂ ਚੀਜ਼ਾਂ ਦੀ, ਹੈ ਨਾ। ਫਿਰ ਇੱਕ ਉਹਨਾਂ ਨੇ ਮੈਨੂੰ ਕੈਂਸਰ ਦੀ ਪੇਸ਼ੈਂਟ ਦੀ ਵੀਡੀਓ ਦਿਖਾਈ, ਜਿਹਦੇ 'ਚ ਉਹ ਲੇਡੀਜ਼ ਬੋਲ ਰਹੀ ਸੀ ਕਿ ਮੇਰੀ 5.5 ਮਹੀਨਿਆਂ ਦੇ ਵਿੱਚ ਮੇਰੀ ਜਿਹੜੀ ਰਿਪੋਰਟ ਹੈ ਕੈਂਸਰ ਦੀ 4th ਸਟੇਜ ਤੋਂ ਜੀ। ਨਿਲ ਆਈ। ਜੀ। ਤੇ ਮੈਨੂੰ ਇਹ ਲੱਗਿਆ ਕਿ ਇਸ ਚੀਜ਼ ਦੀ ਡਿਮਾਂਡ ਹੈ, ਮਾਰਕੀਟ ਦੇ ਵਿੱਚ ਹੈਗੀ ਆ, ਲੋਕਾਂ ਦੇ ਵਿੱਚ ਹੈਗੀ ਆ। ਸਮਾਜ ਸਾਰਾ ਸਾਡਾ ਬਿਮਾਰੀਆਂ ਨਾਲ ਭਰਿਆ ਪਿਆ ਹੈ, ਬਿਲਕੁਲ ਸਰ। 90% ਘਰਾਂ ਦੇ ਵਿੱਚ ਬਿਮਾਰੀਆਂ ਹੈਗੀਆਂ ਨੇ। ਜੀ। ਤੇ ਇਸ ਕਨਸੈਪਟ ਨੂੰ ਕਿਤੇ ਨਾ ਕਿਤੇ ਜਾ ਕੇ ਆਪਾਂ ਅੱਗੇ ਅਗਰ ਅਪਣਾਈਏ ਤਾਂ ਬਹੁਤ ਵਧੀਆ ਹੋ ਸਕਦਾ। ਜੀ। ਤਾਂ ਅੱਜ ਤੋਂ 2 ਸਾਲ 4 ਮਹੀਨੇ ਔਰ 15 ਦਿਨ ਹੋ ਚੁੱਕੇ ਨੇ, ਠੀਕ ਹੈ, ਇਸ ਕਨਸੈਪਟ 'ਚ ਪੈਰ ਧਰਿਆ। ਬਹੁਤ ਸਾਰੇ ਦੋਸਤ ਇਦਾਂ ਦੇ ਮੇਰੇ ਸੀਗੇ ਜਿਨ੍ਹਾਂ ਨੂੰ ਬੜੀਆਂ ਭਿਆਨਕ ਪ੍ਰੋਬਲਮ ਸੀ। ਜੀ। ਅਗਰ ਗੱਲ ਕਰਾਂ ਤਾਂ ਇਦਾਂ ਇੱਕ ਮੇਰਾ ਦੋਸਤ ਹੈ ਸੁਖਪਾਲ ਸਿੰਘ ਬੁਰੇ, ਜੀ। ਮੁਕਤਸਰ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ, ਔਰ ਉਹਦੀ ਉਮਰ 36 ਸਾਲ ਏਜ ਸੀ। ਜੀ। ਉਹਨੂੰ ਉਹਦਾ ਦੌਰਾ ਪਿਆ, ਆਪਰੇਸ਼ਨ ਹੋਇਆ, ਡਾਕਟਰ ਆਰ ਕੇ ਕੌਸ਼ਲ ਡੀਐਮਸੀ ਲੁਧਿਆਣਾ ਦੇ ਵਿੱਚ ਨੇ, ਉਹਨਾਂ ਨੇ ਉਹਦਾ ਆਪਰੇਟ ਕੀਤਾ। ਜੀ ਸਰ। ਉਦੋਂ ਜਦੋਂ ਪੀਸ ਉਹਦਾ ਟੈਸਟ ਕਰਵਾਇਆ ਤੇ ਉਹਨੂੰ 2nd ਸਟੇਜ ਬ੍ਰੇਨ ਟਿਊਮਰ ਨਿਕਲਿਆ। ਉਹਦੀ ਇਲਾਜ ਜਿਹੜਾ ਹੈਗਾ ਬਾਅਦ ਦੇ ਵਿੱਚ ਮੈਡੀਕਲ ਫਰੀਦਕੋਟ ਕਾਲਜ ਤੋਂ ਚੱਲਿਆ, ਔਰ ਉਹਦੀ ਰੇਡੀਏਸ਼ਨ ਸੇਕੇ ਲੱਗਦੇ ਸੀ। ਉਹਦੀ ਵਜ੍ਹਾ ਕਰਕੇ ਉਹ ਮੁੰਡਾ ਕੁਝ ਖਾ ਪੀ ਨਹੀਂ ਸੀ ਸਕਦਾ, ਬੜਾ ਕਮਜ਼ੋਰ ਹੋ ਗਿਆ। 72 ਕਿਲੋ ਵਾਲਾ ਨੌਜਵਾਨ 32 ਕਿਲੋ ਦਾ ਰਹਿ ਗਿਆ ਜੀ, ਜਿਹਦਾ ਲੈਟਰਿਨ ਬਾਥਰੂਮ ਵੀ ਬੈੱਡ ਤੇ ਸੀਗਾ। ਜੀ। ਲੇਕਿਨ ਜਦੋਂ ਮੈਂ ਇਹ ਪ੍ਰੋਡਕਟ ਉਹਨੂੰ ਐਜ ਏ ਗਿਫਟ ਦੇ ਤੌਰ ਤੇ ਦਿੱਤੇ ਤੇ ਉਹਨੇ ਇੱਕ ਪ੍ਰੋਡਕਟ ਦਿੱਤਾ, ਬਟ ਉਹਨੇ ਅੱਗੇ ਯੂਜ਼ ਕਰਨਾ ਸ਼ੁਰੂ ਕੀਤਾ ਤੇ 5.5 ਮਹੀਨਿਆਂ 'ਚ ਉਹਦੀ ਰਿਪੋਰਟ ਨਿਲ ਆ ਚੁੱਕੀ ਸੀ। ਵੈਰੀ ਗੁੱਡ। ਔਰ ਸ਼ੁਰੂਆਤ ਜਦੋਂ ਮੈਂ ਕੀਤੀ ਬਿਜ਼ਨਸ ਦੀ, ਮੈਂ ਇਦਾਂ ਦੇ ਜਿਹੜੇ ਦੋਸਤ ਸੀਗੇ ਉਹਨਾਂ ਨੂੰ ਪ੍ਰੋਡਕਟ ਦੇ ਕੇ ਰਿਜ਼ਲਟ ਦੇਖੇ ਤੇ ਫਿਰ ਉਸ ਤੋਂ ਬਾਅਦ ਕਦੀ ਮੁੜ ਕੇ ਪਿੱਛੇ ਨਹੀਂ ਦੇਖਿਆ। ਵੈਰੀ ਗੁੱਡ। ਬਹੁਤ ਜ਼ਬਰਦਸਤ। ਜਿਵੇਂ ਕਿ ਦੋਸਤੋ ਜਿਹੜੇ ਸਰ ਕੰਮ ਕਰ ਰਹੇ ਨੇ ਪ੍ਰੋਡਕਟਸ ਦਾ, ਉਹਨਾਂ ਦੇ 100% ਰਿਜ਼ਲਟ ਜਿਹੜੇ ਕਿ ਸਰ ਲੈ ਚੁੱਕੇ ਨੇ ਆਪਣੀ ਲਾਈਫ ਦੇ ਵਿੱਚ। ਸਰ ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਤੁਹਾਨੂੰ ਕਿ ਜਿਹੜੇ ਕਨਸੈਪਟ ਨਾਲ ਤੁਸੀਂ ਜੁੜੇ ਹੋ ਜਾਂ ਜਿਹੜਾ ਕੰਮ ਕਰ ਰਹੇ ਹੋ, ਇਹ ਕੋਈ ਵੀ ਕਰ ਸਕਦਾ ਜਾਂ ਇਹਦੇ ਵਿੱਚ ਕੋਈ ਐਜੂਕੇਸ਼ਨ ਮੈਟਰ ਹੈ? ਨਹੀਂ ਜੀ, ਇਹਦੇ 'ਚ ਕੋਈ ਰਿਜ਼ਰਵੇਸ਼ਨ ਨਹੀਂ ਹੈ ਜੀ। ਔਰ ਕੋਈ ਇਹਦੇ 'ਚ ਜਿਹੜੀ ਕੁਆਲੀਫਿਕੇਸ਼ਨ ਮੈਨੇ ਨਹੀਂ ਰੱਖਦੀ, ਮੈਟਰ ਨਹੀਂ ਕਰਦੀ। ਓਕੇ। ਠੀਕ ਹੈ। ਅਗਰ ਮੈਂ ਤੁਹਾਡੇ ਨਾਲ ਹੀ ਗੱਲ ਕਰਾਂ, ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੀ ਪਾਣੀ ਪੀਂਦੇ, ਚਾਹ, ਕੋਲਡ ਡਰਿੰਕ, ਕੌਫੀ, ਖਾਣਾ ਖਾਂਦੇ ਆ, ਰੋਟੀ, ਚਾਵਲ, ਸਬਜ਼ੀਆਂ, ਦਾਲਾਂ, ਫਰੂਟ। ਇੱਕ ਵੀ ਚੀਜ਼ ਇਦਾਂ ਦੀ ਨਹੀਂ ਹੈ ਬ੍ਰਦਰ ਜਿਹਦੇ 'ਚ ਜ਼ਹਿਰ ਨਾ ਹੋਵੇ। ਬਿਲਕੁਲ ਸਹੀ ਗੱਲ ਹੈ। ਆਰਗੈਨਿਕ ਚੀਜ਼ ਸੇ ਕੋਈ ਕਿਸੇ ਨੂੰ ਹੈ ਨਹੀਂ, ਹੈ ਨਾ। ਪ੍ਰੋਵਾਈਡ। ਉਹ ਜ਼ਹਿਰ ਦੀ ਵਜ੍ਹਾ ਕਰਕੇ ਹੀ ਸਾਡੇ ਜਿਹੜੇ ਲੋਕ ਆ, ਜੀ, ਉਹ ਆਪਦੀ ਟਾਈਮ ਤੋਂ ਬਿਨਾਂ ਉਹਨਾਂ ਦੇ ਜਿਹੜੇ ਅੰਦਰਲੇ ਅੰਗ ਆ ਉਹ ਕੰਮ ਛੱਡ ਜਾਂਦੇ ਆ। ਜੀ। ਠੀਕ ਹੈ। ਤੇ ਕੰਮ ਛੱਡ ਜਾਂਦੇ ਤੇ ਇੱਕ ਬਿਮਾਰੀ ਖੜੀ ਹੋ ਜਾਂਦੀ। ਬਿਲਕੁਲ ਸਰ। ਹੁਣ ਸ਼ੂਗਰ ਇੱਕ ਸਾਰੇ ਕਹਿੰਦੇ ਆ ਕਿ ਮੈਂ ਨਹੀਂ ਕਹਿੰਦਾ, ਡਾਕਟਰ ਸਾਹਿਬ ਵੀ ਕਹਿੰਦੇ ਆ, ਸਾਰੇ ਡਾਕਟਰ ਕਹਿੰਦੇ ਨੇ ਕਿ ਸ਼ੂਗਰ ਇੱਕ ਬਿਮਾਰੀ ਨਹੀਂ, ਬਟ 100 ਬਿਮਾਰੀਆਂ ਦੀ ਮਾਂ ਜ਼ਰੂਰ ਹੈ। ਡਿਸਆਰਡਰ, ਬਾਡੀ ਦਾ ਡਿਸਆਰਡਰ। ਠੀਕ ਹੈ। ਜੀ। ਜਦੋਂ ਅਸੀਂ ਉਸ ਤੋਂ ਬਚਣ ਵਾਸਤੇ ਇੱਕ ਗੋਲੀ ਲੈਣੀ ਸਟਾਰਟ ਕਰਦੇ ਆ ਜੀ। ਤਾਂ ਉਹਦਾ ਅੱਗੇ ਜਾ ਕੇ ਸਾਈਡ ਇਫੈਕਟ ਕੀ ਆ? ਸਾਡਾ ਲਿਵਰ ਕਮਜ਼ੋਰ ਹੁੰਦਾ, ਜੀ। ਸਾਡੀਆਂ ਕਿਡਨੀਆਂ ਕਮਜ਼ੋਰ ਹੁੰਦੀਆਂ, ਜੀ। ਤੇ ਸਾਡਾ ਹਾਰਟ ਵੀ ਕਮਜ਼ੋਰ ਹੁੰਦਾ। ਜੀ। ਜਦੋਂ ਵੀ ਬੰਦਾ ਦੁਨੀਆ ਤੋਂ ਜਾਊਗਾ ਸ਼ੂਗਰ ਵਾਲਾ, ਉਹ ਇਹਨਾਂ ਤਿੰਨਾਂ ਕਾਰਨਾਂ ਦੇ ਵਿੱਚੋਂ ਇੱਕ ਕਾਰਨ ਕਰਕੇ ਜਾਊਗਾ। ਜੀ। ਠੀਕ ਹੈ। ਬਟ ਇਹਦੇ ਵਿੱਚ ਆਪਣੀ ਕੰਪਨੀ ਦੇ ਵਿੱਚ ਜਿਹੜੇ ਇਦਾਂ ਦੇ ਪ੍ਰੋਡਕਟ ਹੈਗੇ ਆ, ਜੀ ਸਰ। ਅਗਰ ਗੱਲ ਕਰੀਏ ਸ਼ੂਗਰ ਦੀ ਤਾਂ 5 ਤੋਂ 6 ਮਹੀਨਿਆਂ 'ਚ ਬੰਦੇ ਦੀ ਜਿੰਨੀ ਮਰਜ਼ੀ ਸ਼ੂਗਰ ਹੋਵੇ, ਇਨਸੂਲਿਨ ਲੱਗ ਰਹੀ ਹੋਵੇ, ਜੀ, ਬਟ ਬੰਦਾ ਨਾਰਮਲ ਹੋ ਜਾਂਦਾ। ਵੈਰੀ ਗੁੱਡ, ਵੈਰੀ ਗੁੱਡ। ਸੋ ਦੋਸਤੋ, ਜਿਵੇਂ ਤੁਸੀਂ ਦੇਖਿਆ ਕਿ ਸਰ ਦੇ ਨਾਲ ਜਿੰਨੇ ਵੀ ਪਰਸਨ ਜੁੜੇ ਨੇ, ਉਹ ਆਪਣੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਉਹਨਾਂ ਤੋਂ ਰਿਕਵਰੀ ਲੈ ਰਹੇ ਨੇ। ਸੋ ਸਰ, ਤੁਹਾਡਾ ਮੇਨ ਮੋਟਿਵ
ਇਸ ਕਨਸੈਪਟ ਨੂੰ ਲੈ ਕੇ ਕੀ ਹੈ ਕਿ ਤੁਸੀਂ ਬੇਰੁਜ਼ਗਾਰੀ ਖਤਮ ਕਰਨਾ ਚਾਹੁੰਦੇ ਹੋ ਜਾਂ ਬਿਮਾਰੀ ਖਤਮ ਕਰਨਾ ਚਾਹੁੰਦੇ ਹੋ ਜਾਂ ਦੋਵੇਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਹੋ? ਦੋਨੋਂ ਚੀਜ਼ਾਂ ਤੇ ਕੰਮ ਕਰ ਰਹੇ ਹਾਂ, ਬਟ ਮੈਂ ਇਹਦੇ ਨਾਲ ਨਾਲ ਅਗਰ ਗੱਲ ਕਰਾਂ ਤਾਂ ਇੱਕ ਨਵਾਂ ਸਮਾਜ ਦੇ ਵਿੱਚ ਅਸੀਂ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇੱਕ ਨਵਾਂ ਅੰਦੋਲਨ ਜੀ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜ਼ਹਿਰ ਖਾਣਾ ਤੇ ਛੱਡ ਨਹੀਂ ਸਕਦੇ। ਜੀ ਸਰ, ਬਿਲਕੁਲ ਅਗਰ ਪੰਜਾਬ 'ਚ ਰਹਿੰਦੇ ਹਾਂ ਤਾਂ ਅਸੀਂ ਜ਼ਹਿਰ ਖਾਣਾ ਨਹੀਂ ਛੱਡ ਸਕਦੇ ਹਨ, ਜੀ ਬਟ ਅਸੀਂ ਉਸ ਜ਼ਹਿਰ ਤੋਂ ਬਚਣ ਵਾਸਤੇ ਅਗਰ ਬੁਰੇ ਪ੍ਰਭਾਵ ਉਹਦੇ ਪੈਂਦੇ ਨੇ ਸਾਡੀ ਬੋਡੀ ਤੇ, ਜਿਹਦੀ ਵਜ੍ਹਾ ਕਰਕੇ ਅਸੀਂ ਬਿਮਾਰ ਹੁੰਦੇ ਹਾਂ, ਸਾਨੂੰ ਬਾਰ-ਬਾਰ ਡਾਕਟਰ ਦੇ ਜਾਣਾ ਪੈਂਦਾ ਔਰ ਦੁਨੀਆ ਤੋਂ ਵੀ ਜਾਣਾ ਪੈਂਦਾ, ਟਾਈਮ ਤੋਂ ਪੈਂਦਾ। ਬਿਲਕੁਲ ਸਰ, ਬਿਲਕੁਲ ਅਜੇ ਤੱਕ ਸਾਡੇ ਕੋਲ ਕੁਝ ਇਦਾਂ ਦਾ ਨਹੀਂ ਸੀ ਜੀ ਕਿ ਅਸੀਂ ਉਹਦੇ ਤੋਂ ਬਚ ਸਕਦੇ, ਬਟ ਆਪਣੀ ਕੰਪਨੀ ਦੇ ਵਿੱਚ ਦੋ ਪ੍ਰੋਡਕਟ ਇਦਾਂ ਦੇ ਆ, ਇੱਕ ਕਾਫੀ ਆ, ਠੀਕ ਹੈ, ਉਹਦਾ ਨਾਮ ਆਈ ਕਾਫੀ ਹੈ, ਇੱਕ ਜੀ। ਦੂਸਰੇ ਪ੍ਰੋਡਕਟ ਦਾ ਨਾਮ ਹੈਗਾ ਆਈ ਪਲਸ। ਜੀ ਅਗਰ ਅਸੀਂ ਉਹਨੂੰ ਰੈਗੂਲਰ ਯੂਜ਼ ਕਰਦੇ ਹਾਂ, ਜੀ ਠੀਕ ਹੈ, ਘਰ ਦੇ ਵਿੱਚ ਜ਼ਿਆਦਾ ਮਾਤਰਾ 'ਚ ਨਹੀਂ, ਬੜੀ ਲਿਮਿਟਡ ਮਾਤਰਾ 'ਚ ਅਗਰ ਗੱਲ ਕਰੀਏ ਜੀ। ਤਾਂ 1200 ਤੋਂ 1300 ਰੁਪਇਆ ਪਰ ਮੰਥ ਪਰ ਪਰਸਨ ਦੇ ਹਿਸਾਬ ਨਾਲ ਖਰਚਾ ਆਏਗਾ। ਜੀ ਤੇ ਠੀਕ ਹੈ, ਅਗਰ ਅਸੀਂ ਅੱਜ ਆਪਣੇ ਆਪ ਤੇ ਪੈਸਾ ਐਡਵਾਂਸ ਇਨਵੈਸਟ ਕਰਦੇ ਹਾਂ ਨਾ, ਜੀ ਤੇ ਮੈਨੂੰ ਲੱਗਦਾ ਕਿ ਸਾਨੂੰ ਅੱਗੇ ਜਾ ਕੇ ਡਾਕਟਰਾਂ ਦੇ ਘਰ ਭਰਨ ਦੀ ਜ਼ਰੂਰਤ ਨਹੀਂ ਨਹੀਂ। ਹੈ। ਠੀਕ ਹੈ, Very ਇਦਾਂ ਦਾ ਅਸੀਂ ਇਨਕਲਾਬ ਲਿਆਉਣਾ ਚਾਹੁੰਦੇ ਹਾਂ ਕਿ ਲੋਕ ਆਪਣੇ ਆਪ ਨੂੰ ਬਚਾਉਣ, good. ਜੀ ਠੀਕ ਹੈ, ਲੋਕਾਂ ਨੂੰ ਅੱਗੇ ਦੱਸਣ। ਜੀ ਸਰ ਤਾਂ ਇਹਦੇ 'ਚ ਮਾਨ ਸਨਮਾਨ ਵੀ ਬੜਾ, ਪੈਸਾ ਵੀ ਬੜਾ, ਜੀ ਔਰ ਅਸੀਂ ਕਿਸੇ ਨੂੰ ਇਹਦੇ 'ਚ ਫਸਾ ਨਹੀਂ ਰਹੇ, ਕਿਸੇ ਨੂੰ ਬਚਾਉਣ ਜਾ ਰਹੇ ਹਾਂ। ਬਚਾ ਰਹੇ ਠੀਕ ਹੈ, ਕਿਸੇ ਨੂੰ ਬਚਾ ਰਹੇ ਹਾਂ, ਕਿਸੇ ਨੂੰ ਬਚਾ ਕੇ ਪੈਸੇ ਕਮਾਉਣਾ ਮੈਨੂੰ ਨਹੀਂ ਲੱਗਦਾ ਕਿ ਕੋਈ ਮਾੜਾ। ਔਰ ਇਹਦੇ 'ਚ ਜਿਹੜੀ ਕਮਾਈ ਹੁੰਦੀ ਹੈ, ਜਿਹੜੀ ਜੀ। ਇੱਕ ਨੰਬਰ ਦੀ ਅਗਰ ਗੱਲ ਕਰੀਏ, ਇੱਕ ਨੰਬਰ ਦੀ ਕਮਾਈ, ਔਰ ਇੱਕ ਨੰਬਰ ਦੀ ਕਮਾਈ ਕਦੇ ਵੀ ਦੋ ਨੰਬਰ 'ਚ ਖਰਚ ਨਹੀਂ ਹੁੰਦੀ। ਬਿਲਕੁਲ ਸਰ ਠੀਕ ਹੈ, ਤਾਂ ਮੈਂ ਤਾਂ ਇਹ ਚਾਹੂੰਗਾ ਕਿ ਅਸੀਂ ਵੱਧ ਤੋਂ ਵੱਧ ਦੋਸਤਾਂ ਨੂੰ ਆਪਦੇ ਜਿਹੜੇ ਹੈਗੇ ਆ, ਜੀ ਸਰ ਕੀ ਤੁਸੀਂ ਚਾਹੁੰਦੇ ਹੋ ਕਿ ਬਿਨਾਂ ਬਿਮਾਰੀ ਤੋਂ ਜਿਉਂਦੇ ਰਹਿਣਾ? ਮੇਰਾ ਇੱਕ ਤੁਹਾਨੂੰ ਸਵਾਲ ਹੈ, ਕੀ ਤੁਸੀਂ ਚਾਹੁੰਦੇ ਹੋ ਕਿ ਬਿਨਾਂ ਬਿਮਾਰੀ ਤੋਂ ਜਿਉਂਦੇ ਰਹੀਏ? ਬਿਲਕੁਲ ਸਰ ਬਿਲਕੁਲ ਬਸ ਆਹੀ ਕੰਮ ਹੈ ਜੀ। ਜੀ ਆਪ ਬਚੋ, ਅੱਗੇ ਬਚਾਓ, ਪੁੰਨ ਖੱਟੋ ਤੇ ਨਾਲ ਪੈਸਾ ਕਮਾਓ। ਵੈਰੀ ਠੀਕ ਹੈ, ਜ਼ਹਿਰ ਤੋਂ ਅਸੀਂ ਬਚਣਾ ਕਿੱਦਾਂ? ਆਪਣੇ ਆਪ ਨੂੰ ਬਚਾਉਣਾ, ਆਪਦੀ ਫੈਮਿਲੀ ਨੂੰ ਬਚਾਉਣਾ, ਤੇ ਜਿੰਨਾ ਲੋਕਾਂ ਨੂੰ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਤੇ ਅਸੀਂ ਸੋਚਦੇ ਹਾਂ ਕਿ ਜਦੋਂ ਤੱਕ ਅਸੀਂ ਜਿਉਂਦੇ ਰਹੀਏ ਉਹ ਵੀ ਜਿਉਂਦੇ ਰਹਿਣ, ਵੈਰੀ ਤੁਸੀਂ ਉਹਨਾਂ ਨੂੰ ਚਾਹੇ ਪਿਆਰ ਨਾਲ ਲੈ ਕੇ ਆਓ, ਚਾਹੇ ਉਹਨਾਂ ਨੂੰ ਅਗਵਾ ਕਰਕੇ ਲਿਆਓ, ਜੀ ਬਿਲਕੁਲ ਠੀਕ ਹੈ, ਬਿਲਕੁਲ ਚਾਹੇ ਕਿੱਦਾਂ ਵੀ ਉਹਨਾਂ ਨੂੰ ਲਿਆਓ, ਲੇਕਿਨ ਇਸ ਕਨਸੈਪਟ 'ਚ ਜ਼ਰੂਰ ਲਿਆਓ। ਔਰ ਇਦਾਂ ਹੀ ਜੇ ਇਹ ਕਾਫਲਾ ਵੱਧਦਾ ਗਿਆ, ਜੀ ਠੀਕ ਹੈ, ਤਾਂ ਮੈਨੂੰ ਲੱਗਦਾ ਕਿ ਇਹਦੇ 'ਚ ਲੱਖਾਂ ਨਹੀਂ, ਤੁਸੀਂ ਕਰੋੜਾਂ ਰੁਪਇਆ ਕਮਾ ਸਕਦੇ ਹੋ। ਵੈਰੀ ਠੀਕ ਹੈ, ਮੈਨੂੰ 2 ਸਾਲ ਤੇ ਗੱਲ ਕਰਾਂ ਤੇ 4 ਮਹੀਨੇ ਤੇ 15 ਦਿਨ ਸਮਥਿੰਗ ਹੋ ਗਏ ਆ, ਬਟ ਇਹਦੇ 'ਚੋਂ ਅੱਛੀ ਅਰਨਿੰਗ ਆ। ਜੀ ਅਗਰ ਗੱਲ ਕਰੀਏ ਪਲੱਸ 2 ਪਾਸ ਬੰਦਾ ਕਿੰਨੀ ਜੌਬ ਦੇ ਵਿੱਚ ਲੈ ਸਕਦਾ? ਤੇ 10 ਤੋਂ 12 13 15 12-15 ਹਜ਼ਾਰ ਰੁਪਏ। ਜੀ ਠੀਕ ਹੈ, ਅਗਰ ਮੈਂ ਗੱਲ ਕਰਾਂ ਮੇਰਾ ਵੀਕਲੀ ਜਿਹੜਾ ਹੈਗਾ, ਠੀਕ ਹੈ, 1.25 ਲੱਖ ਤੋਂ ਮੇਰਾ ਵੀਕਲੀ ਹਲੇ ਸਟਾਰਟ ਹੁੰਦਾ। ਵੈਰੀ ਗੁੱਡ 1.25 ਲੱਖ ਰੁਪਏ ਤੋਂ ਮੇਰਾ ਵੀਕਲੀ ਸਟਾਰਟ ਹੁੰਦਾ, ਵੈਰੀ ਠੀਕ ਹੈ, ਔਰ 2.5 ਲੱਖ ਰੁਪਏ ਤੱਕ ਵੀਕਲੀ ਇਹਦੇ 'ਚ ਅਰਨ ਹੋ ਰਿਹਾ। ਜੀ ਠੀਕ ਹੈ, ਤਾਂ ਹਰ ਮਾਈ ਭਾਈ ਇਹਦੇ 'ਚ ਪੜ੍ਹਾਈ ਲਿਖਾਈ ਮਹਿਣਾ ਨਹੀਂ ਰੱਖਦੀ, ਸਿਰਫ ਤੁਹਾਡਾ ਜਨੂੰਨ ਮਹਿਣਾ ਰੱਖਦਾ। ਜੀ ਤੁਸੀਂ ਕੁਝ ਵੀ ਕਰ ਸਕਦੇ ਹੋ, ਲੋਕਾਂ ਨੂੰ ਬਚਾ ਕੇ ਪੈਸਾ ਕਮਾਉਣਾ, ਸਮਾਨ ਵੇਚਣਾ ਨਹੀਂ। ਜੀ ਬਿਲਕੁਲ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਸਾਨੂੰ ਇੱਕ ਟਾਰਗੇਟ ਦਿੱਤੇ ਜਾਂਦੇ ਆ ਕਿ ਤੁਸੀਂ ਇਹਨਾਂ ਦਾ ਸਮਾਨ ਵੇਚ ਦਿਓ ਜੀ, ਜੀ ਤੁਹਾਡੇ ਸਰ। ਪੈਸੇ ਪੱਕੇ ਨਹੀਂ। ਇਹਦੇ 'ਚ ਬਿਲਕੁਲ ਨਹੀਂ ਆ, ਇਹਦੇ 'ਚ ਸਿਰਫ ਕੰਪਨੀ ਦੀ ਇੱਕ ਹੀ ਸ਼ਰਤ ਆ ਕਿ ਤੁਸੀਂ 28 ਦਿਨਾਂ ਦੇ ਵਿੱਚ 1 ਜਾਂ 2 ਪ੍ਰੋਡਕਟ ਆਪਦੇ ਵਾਸਤੇ ਲੈਣੇ ਆ। ਯੂਜ਼ ਕਰੋ ਆਪ ਲਓ ਔਰ ਜੀ। ਯੂਜ਼ ਕਰੋ, ਆਪ ਜੀ। ਬਚੋ ਤੇ ਅੱਗੇ ਬਚਾਓ, ਬੋਲਣ ਜੀ। ਕੱਟੋ ਨਾਲ ਪੈਸਾ ਕਮਾਓ। ਬਿਲਕੁਲ ਵੈਰੀ ਗੁੱਡ। ਤੋ ਦੋਸਤੋ ਬਹੁਤ ਅੱਛਾ ਕਨਸੈਪਟ ਹੈ ਜਿਹਦੇ ਨਾਲ ਅਸੀਂ ਚੰਗੀ ਸਿਹਤ ਲੈ ਸਕਦੇ ਹਾਂ। ਹੁਣ ਸਰ ਮੈਂ ਇੱਕ ਚੀਜ਼ ਪੁੱਛਣਾ ਚਾਹ ਰਿਹਾ ਕਿ ਤੁਹਾਡੀ ਟੀਮ ਦੇ ਵਿੱਚ ਜਾਂ ਤੁਹਾਡੀ ਆਰਗੇਨਾਈਜੇਸ਼ਨ ਦੇ ਵਿੱਚ ਕਿਹੜੇ-ਕਿਹੜੇ ਐਸੇ ਲੋਕ ਨੇ ਜਾਂ ਹਾਊਸ ਵਾਈਫਸ ਨੇ ਜਾਂ ਕਿਹੜੇ-ਕਿਹੜੇ ਐਸੇ ਲੋਕ ਨੇ ਵੀ ਜਿਹੜੇ ਤੁਹਾਡੇ ਨਾਲ ਇਸ ਬਿਜ਼ਨਸ ਦੇ ਪਾਰਟਨਰਸ ਨੇ? ਬਹੁਤ ਸਾਰੇ ਮੇਰੇ ਦੋਸਤ ਹੈਗੇ ਆ ਜੀ ਇੱਦਾਂ ਦੇ, ਜੀ ਜਿਹੜੇ ਇਹਦੇ 'ਚ ਤਕਰੀਬਨ 20 ਤੋਂ 15,000 ਰੁਪਏ ਤੋਂ 15,000 ਤੋਂ ਸਟਾਰਟਿੰਗ ਹੋ ਜਾਂਦਾ। ਜੀ ਸਰ ਵੈਸੇ ਤਾਂ 1000 ਰੁਪਏ ਤੋਂ ਸਟਾਰਟਿੰਗ ਹੋ ਜਾਂਦਾ ਜੀ ਸਰ ਵੀਕਲੀ, ਜੀ। ਲੇਕਿਨ ਬਹੁਤ ਸਾਰੇ ਮੇਰੇ ਇਦਾਂ ਦੇ ਦੋਸਤ ਹੈਗੇ ਨੇ ਜਿਹੜੇ ਕੋਈ ਜੌਬ ਕਰਦੇ ਸੀ, ਕੋਈ ਆਪਦਾ ਬਿਜ਼ਨਸ ਕਰਦੇ ਸੀ, ਕੋਈ ਹਾਊਸ ਵਾਈਫ ਸੀ। ਠੀਕ ਹੈ, ਅੱਜ ਉਹ 35 ਤੋਂ, ਠੀਕ ਹੈ, 35 ਤੋਂ 65,000 ਰੁਪਏ ਜਿਹੜਾ ਹੈਗਾ ਵੀਕਲੀ ਬੜੇ ਆਰਾਮ ਨਾਲ ਮੇਰੇ ਨਾਲ ਕਮਾ ਰਹੇ ਆ। Very good. ਜੇ ਅਗਰ ਮੈਂ ਗੱਲ ਕਰਾਂ ਬਠਿੰਡਾ ਤੋਂ ਨੇ ਮੇਰੇ ਦੋਸਤ ਕੁਝ, ਠੀਕ ਹੈ, ਇਦਾਂ ਹੀ ਕੁਝ ਦੋਸਤ ਮੇਰੇ ਜਲੰਧਰ ਦੇ ਨੇ, ਜਿਵੇਂ ਸੁਖਵਿੰਦਰ ਸਿੰਘ ਜੀ ਹੈਗੇ ਆ ਤੇ ਜਲੰਧਰ ਦੇ ਵਿੱਚ, ਉਹ ਇਸ ਕੰਪਨੀ ਦੇ ਵਿੱਚ ਇੰਡਸ ਸੀਗਾ ਹੈਲਥ ਸਾਇੰਸ ਦੇ ਵਿੱਚ ਜਿਹੜੇ ਹੈਗੇ ਅਮਰੋਲਡ ਨੇ, ਔਰ ਉਹਨਾਂ ਦਾ ਵੀਕਲੀ ਪੇ ਆਊਟ ਜਿਹੜਾ ਹੈਗਾ ਉਹ ਅਗਰ ਗੱਲ ਕਰੀਏ ਤਾਂ 65,000 ਤੋਂ ਉਹਨਾਂ ਦੀ ਸਟਾਰਟਿੰਗ ਹੁੰਦੀ ਹੈ। ਜੀ ਸਰ ਠੀਕ ਹੈ, ਤਾਂ 65,000 ਰੁਪਏ ਕੋਈ ਛੋਟਾ ਅਮਾਉਂਟ ਨਹੀਂ ਹੈ, ਛੋਟੀ ਜੀ ਅਮਾਉਂਟ ਸਰ। ਨਹੀਂ ਹੈ ਨਾ। ਜੀ ਸਰ ਤਾਂ ਇਦਾਂ ਹੀ ਅਗਰ ਕੋਈ ਬੰਦਾ ਰੂਬੀ ਪਾਉਂਦਾ ਤਾਂ ਉਹਦੇ 'ਚ ਤਕਰੀਬਨ 15,000 ਤੋਂ ਉਹਦੀ ਸਟਾਰਟਿੰਗ ਹੁੰਦੀ ਹੈ, ਔਰ ਇਹ ਵੀ ਇੱਕ ਛੋਟਾ, ਅਗਰ ਗੱਲ ਕਰੀਏ 60,000 ਰੁਪਏ ਮਹੀਨਾ ਕਿਸੇ ਨੂੰ ਆਉਣ ਲੱਗ ਜੇ ਤਾਂ ਉਹ ਵੀ ਛੋਟੀ ਗੱਲ ਹੈ। ਜੀ ਬਿਲਕੁਲ ਬਿਲਕੁਲ ਠੀਕ ਹੈ, ਇਦਾਂ ਹੀ ਮੇਰੀ ਟੀਮ ਦੇ ਵਿੱਚ ਸ਼ਿਖਾ ਭੈਣ ਜੀ ਹੈਗੇ ਜਲੰਧਰ ਤੋਂ, ਜੀ ਸਰ ਉਹ ਅੱਛਾ ਹਾਊਸ ਵਾਈਫ ਸੀਗੇ, ਜੀ ਅੱਛੀ ਇਨਕਮ ਲੈ ਰਹੇ ਹੈ।
ਇੱਦਾਂ ਹੀ ਮਨਦੀਪ ਸਿੰਘ ਜੀ ਹੈਗੇ ਨੇ ਜਲੰਧਰ ਤੋਂ, ਠੀਕ ਹੈ, ਉਹ ਵੀ ਪਾਰਲ ਰੈਂਕ ਤੇ ਨੇ, ਜੀ ਸਰ। ਅੱਛੀ ਇਨਕਮ ਉਹਨਾਂ ਨੂੰ ਹੋ ਚੁੱਕੀ ਹੈ, ਤਕਰੀਬਨ 16-17 ਲੱਖ ਰੁਪਏ ਉਹ ਵੀ ਕਮਾ ਚੁੱਕੇ ਨੇ ਜੀ ਸਰ। ਠੀਕ ਹੈ। ਇੱਦਾਂ ਹੀ ਡਾਕਟਰ ਮਨਜੀਤ ਸਿੰਘ ਜੀ ਹੈਗੇ ਜਲੰਧਰ ਤੋਂ ਜੀ। ਠੀਕ ਹੈ, ਜਸਵੀਰ ਸਿੰਘ ਜੀ ਢਿੱਲੋਂ ਲੁਧਿਆਣਾ ਤੋਂ ਜੀ। ਠੀਕ ਹੈ। ਇੱਦਾਂ ਹੀ ਡਾਕਟਰ ਭੁਪਿੰਦਰ ਸਿੰਘ ਬਾਵਾ ਮੁਕਤਸਰ ਜ਼ਿਲ੍ਹੇ ਤੋਂ ਹੈਗੇ ਨੇ, ਜੀ। ਅੱਛੀ ਅਰਨਿੰਗ ਅਗਰ ਗੱਲ ਕਰਾਂ ਉਹ ਤਕਰੀਬਨ 27-28 ਲੱਖ ਰੁਪਇਆ ਉਹ ਜਿਹੜਾ ਹੈਗਾ ਅਰਨ ਕਰ ਚੁੱਕੇ ਅਰਨ ਕਰ ਚੁੱਕੇ ਆ ਠੀਕ ਹੈ। ਨਹੀਂ ਸੌਰੀ 27-28 ਲੱਖ ਨਹੀਂ ਹੈ, 240 ਲੱਖ ਉਹ ਜਿਹੜਾ ਹੈਗਾ 40 ਲੱਖ ਤੋਂ ਪਲੱਸ ਉਹ ਅਰਨਿੰਗ ਕਰ ਚੁੱਕੇ ਆ। 40 ਲੱਖ ਤੋਂ ਪਲੱਸ। ਵੈਰੀ ਗੁੱਡ। ਤਾਂ ਇਹ ਸਾਲ ਡੇਢ ਸਾਲ 2 ਸਾਲ ਦੋਸਤਾਂ ਨੂੰ ਹੋਇਆ। ਬਹੁਤ ਸਾਰੇ ਇੱਦਾਂ ਦੇ ਦੋਸਤ ਹੋਰ ਵੀ ਹੈਗੇ ਆ ਜਿਨ੍ਹਾਂ ਦੇ ਮੈਂ ਅਗਰ ਨਾਮ ਗਿਣਾਉਣ ਲੱਗਾ ਤੇ ਮੈਨੂੰ ਲੱਗਦਾ ਕਿ ਹਰਿਆਣੇ ਤੋਂ ਵੀ ਨੇ, ਗੁਰਪ੍ਰੀਤ ਢਿੱਲੋਂ ਜੀ, ਗੁਰਪ੍ਰੀਤ ਦਿਓਲ ਜੀ ਹੈ ਨਾ, ਅਗਰ ਗੱਲ ਕਰੀਏ ਹਨੂੰਮਾਨਗੜ੍ਹ ਤੋਂ ਦੀਪ ਸੇਠੀ ਜੀ ਹੈਗੇ, ਅਮਰਜੀਤ ਵੀਰ ਜੀ ਹਬੋਰ ਤੋਂ ਹੈਗੇ ਨੇ, ਬਹੁਤ ਸਾਰੇ ਇੱਦਾਂ ਦੇ ਦੋਸਤ ਆ ਜਿਹੜੇ ਅੱਛੀ ਅਰਨਿੰਗ ਕਮਾ ਰਹੇ ਆ। ਜੇ ਇੱਦਾਂ ਹੀ ਮਨੀਸ਼ ਅਰੋੜਾ ਜੀ ਮੋਹਾਲੀ ਤੋਂ ਨੇ, ਜੀ। ਅਲੱਗ-ਅਲੱਗ ਕੈਟਾਗਰੀ ਦੇ ਲੋਕ ਔਰ ਜਿਹੜੇ ਇਹਦੇ ਚ ਆਏ, ਲੇਕਿਨ ਅੱਜ ਉਹਨਾਂ ਦੀ ਆਪਦੇ ਕੰਮ ਦੇ ਨਾਲ ਇੱਧਰੋਂ ਅੱਛੀ ਅਰਨਿੰਗ ਔਰ ਆਪਦੇ ਸੁਪਨੇ ਪੂਰੇ ਕਰ ਰਹੇ ਆ। ਸੋ ਕਹਿਣ ਦਾ ਮਤਲਬ ਕਿ ਦੋਸਤੋ ਸਿਰਫ ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰ ਪੂਰੇ ਇੰਡੀਆ 'ਚ ਤੁਸੀਂ ਕਿਤੇ ਵੀ ਇਸ ਸਿਸਟਮ ਦੇ ਨਾਲ ਅੱਛੀ ਅਰਨਿੰਗ ਲੈ ਸਕਦੇ ਹੋ ਜਾਂ ਕਿਸੇ ਨੂੰ ਰੋਜ਼ਗਾਰ ਦੇ ਸਕਦੇ ਹੋ। ਕਿਉਂ ਸਰ, ਮੈਂ ਬਿਲਕੁਲ ਸਹੀ ਕਹਿ ਰਿਹਾ ਜੀ? ਕੱਲੀ ਇੱਥੇ ਇੰਡੀਆ ਦੀ ਗੱਲ ਨਹੀਂ ਕਰਾਂਗੇ ਦੋਸਤੋ, ਜੀ। ਇਸ ਕੰਪਨੀ ਨੇ ਇੱਕ ਵਰਲਡ ਰਿਕਾਰਡ ਬਣਾਇਆ। ਤੁਸੀਂ ਦੇਖਿਆ ਹੋਣਾ ਕਿ ਬਾਹਰੋਂ ਕੰਪਨੀਆਂ ਹੈਲਥ ਨਾਲ ਰਿਲੇਟਡ ਪ੍ਰੋਡਕਟ ਲੈ ਕੇ ਇੰਡੀਆ ਚ ਆਉਂਦੀਆਂ ਨੇ, ਲਾਂਚ ਹੁੰਦੀਆਂ ਨੇ। ਜੀ ਸਰ। ਬਟ ਇਹ ਪਹਿਲੀ ਕੰਪਨੀ ਇਦਾਂ ਦੀ ਆ ਜੀ। ਜਿਹੜੀ ਇੰਡੀਆ ਤੋਂ USA ਲਾਂਚ ਹੋਈ ਆ। ਵੈਰੀ ਗੁੱਡ, ਵੈਰੀ ਗੁੱਡ। ਉਲਟੀ ਗੰਗਾ ਬਹਾਈ ਹੈ ਜੀ। ਉਲਟੀ ਗੰਗਾ ਬਹਾਉਣ ਦਾ ਮਤਲਬ ਤਾਂ ਤੁਸੀਂ ਸਮਝ ਹੀ ਸਕਦੇ ਹੋ ਠੀਕ ਹੈ। ਤਾਂ ਇਹਦੀ ਵਜ੍ਹਾ ਕਰਕੇ ਮੈਂ ਕਹਿੰਦਾ ਕਿ ਸਾਡੀ ਕੰਪਨੀ ਦੀ ਜਿਹੜੀ ਪ੍ਰੋਫਾਈਲ ਆ ਇੰਡਸਟਰੀ ਦੀ ਵਰਲਡ ਦੀ ਨੰਬਰ 1 ਪ੍ਰੋਫਾਈਲ, ਵੈਰੀ ਇੰਡੀਆ ਦੀ ਨਹੀਂ ਵਰਲਡ ਦੀ। ਦੂਸਰੇ ਨੰਬਰ ਤੇ ਗੱਲ ਕਰਾਂ, ਸਾਡੇ ਜਿਹੜੇ ਪ੍ਰੋਡਕਟ ਹੈਗੇ ਨੇ ਜੀ, ਉਹ ਇੰਡੀਆ ਦੇ ਨਹੀਂ ਵਰਲਡ ਦੇ ਨੰਬਰ 1 ਹੈ। ਅਗਰ ਵਰਲਡ ਦੇ ਨੰਬਰ 1 ਨਾ ਹੁੰਦੇ ਤਾਂ ਇੰਡੀਆ ਤੋਂ USA ਚ ਲਾਂਚ ਨਹੀਂ ਸੀ ਨਹੀਂ ਹੋ ਸਕਦੇ ਸੀ। ਠੀਕ ਹੈ। ਔਰ ਤੀਸਰੇ ਨੰਬਰ ਤੇ ਗੱਲ ਕਰਾਂ ਤਾਂ ਇੰਡਸਟਰੀ ਦਾ ਜਿਹੜਾ ਪਲਾਨ ਹੈ ਉਹ ਵਰਲਡ ਦਾ ਨੰਬਰ 1 ਪਲਾਨ ਹੈ। ਇੱਕ +2 ਫੇਲ ਬੰਦਾ ਠੀਕ ਹੈ ਜੀ 4 ਸਾਲਾਂ ਚ 4 ਕਰੋੜ ਕਮਾ ਸਕਦਾ ਹੈ। ਵੈਰੀ। ਇੱਕ ਬੱਸ ਕਨੈਕਟਰ ਜਿਹਦਾ 6-7 ਹਜ਼ਾਰ ਰੁਪਏ ਮਹੀਨੇ ਦੀ ਪੇ ਸੀਗੀ ਬਠਿੰਡਾ ਦੇ ਵਿੱਚ ਕਿਸੇ ਟਾਈਮ ਤੇ ਬੱਸ ਕਨੈਕਟਰ ਸੀਗਾ ਠੀਕ ਹੈ, ਉਹ ਬੰਦਾ ਜਿਹਦੀ +2 ਤੋਂ ਉਹਨੇ ਦਾ ਸੋਚ ਉਹਦੇ ਦਾ ਬਾਲੀ ਵੱਡੀ ਵੀ ਨਹੀਂ ਹੁੰਦੀ ਹੈ ਨਾ, ਉਹ ਬੰਦਾ ਅਗਰ ਇਹਦੇ ਚ 2 ਸਾਲ ਤੇ 2 ਮਹੀਨਿਆਂ ਚ 1 ਕਰੋੜ ਕਮਾ ਸਕਦਾ। ਮੈਨੂੰ ਲੱਗਦਾ ਇੱਕ ਸਿੰਪਲ ਤੋਂ ਸਿੰਪਲ ਬੰਦਾ ਵੀ ਕਮਾ ਸਕਦਾ। ਜੀ ਸਰ। ਸਿੰਪਲ ਤੋਂ ਸਿੰਪਲ ਬੰਦਾ ਵੀ ਇਹਦੇ ਚ ਕਮਾ ਸਕਦਾ। ਵਰਲਡ ਦੇ ਨੰਬਰ 1 ਪ੍ਰੋਡਕਟ ਨੇ, ਵਰਲਡ ਦੇ ਨੰਬਰ 1 ਪ੍ਰੋਫਾਈਲ ਹੈ ਕੰਪਨੀ ਦੀ, ਔਰ ਵਰਲਡ ਦਾ ਨੰਬਰ 1 ਪਲਾਨ ਆ। ਔਰ ਚੌਥੀ ਜਿਹੜੀ ਗੱਲ, ਵਰਲਡ ਦਾ ਨੰਬਰ 1 ਐਜੂਕੇਸ਼ਨ ਸਿਸਟਮ ਹੈ ਇਸ ਕੰਪਨੀ ਦਾ, ਵਾਈਬ੍ਰੈਂਟ ਵੀਵਾ, ਜਿਹੜਾ ਸਾਨੂੰ ਹਰ ਸਟੈਪ ਬਾਈ ਸਟੈਪ, ਪੌੜੀ ਦਰ ਪੌੜੀ ਠੀਕ ਹੈ ਅੱਗੇ ਵਧਣ ਵਾਸਤੇ ਸਿਖਾਉਂਦਾ। ਜੀ। ਅੱਜ ਤੱਕ ਇਹ ਨਹੀਂ ਦੇਖਿਆ, ਬਹੁਤ ਸਾਰੀਆਂ ਕੰਪਨੀਆਂ ਕੀਤੀਆਂ ਨੇ, ਮੈਂ ਬੜਾ ਕੁਝ ਦੇਖਿਆ, ਬਟ ਉਹਦੇ ਚ ਇੱਕ ਦੂਜੇ ਦੇ ਗਿੱਟੇ ਜ਼ਰੂਰ ਖਿੱਚੇ ਜਾਂਦੇ ਨੇ, ਕੋਈ ਤਰੱਕੀ ਨਾ ਕਰਦੇ। ਜਿਵੇਂ ਇੱਕ ਕਹਾਣੀ ਕਹੀ ਜਾਂਦੀ ਹੈ ਕਿ ਇੱਕ ਜਾਰ ਦੇ ਵਿੱਚ ਹਿੰਦੁਸਤਾਨੀ ਕੀੜੇ ਸੀਗੇ, ਇੱਕ ਦੂਜੇ ਸੀਗੇ ਨਾ, ਤੇ ਹਿੰਦੁਸਤਾਨੀ ਕੀੜਿਆਂ ਦਾ ਉਦੋਂ ਹੀ ਪਤਾ ਲੱਗ ਜਾਂਦਾ, ਦੂਜੇ ਦੀਆਂ ਟੰਗਾਂ ਫੜ ਕੇ ਖਿੱਚਦੇ ਆ। ਬਟ ਇਸ ਐਜੂਕੇਸ਼ਨ ਸਿਸਟਮ ਦੀ ਬਦੌਲਤ ਅਗਰ ਮੈਂ ਗੱਲ ਕਰਾਂ, ਅੱਜ ਆਪਾਂ ਇੱਥੋਂ ਦੀ ਅਗਰ ਮੈਂ ਡਾਇਮੰਡ ਰੈਂਕ ਅਚੀਵ ਕੀਤਾ ਤਾਂ ਉਹ ਵਾਈਬ੍ਰੈਂਟ ਵੀਵਾ ਐਜੂਕੇਸ਼ਨ ਸਿਸਟਮ ਦੀ ਬਦੌਲਤ ਕੀਤਾ। ਠੀਕ ਹੈ। ਸੋ ਸਰ, ਵਰਲਡ ਦਾ ਨੰਬਰ 1 ਐਜੂਕੇਸ਼ਨ ਸਿਸਟਮ। ਜੀ ਸਰ। ਹਾਂਜੀ। ਸੋ ਰਜਿੰਦਰ ਔਲਖ ਜੀ, ਮੈਂ ਇੱਕ ਚੀਜ਼ ਹੋਰ ਪੁੱਛਣਾ ਚਾਹੂੰਗਾ ਕਿ ਇਸ ਸਿਸਟਮ ਦੇ ਵਿੱਚ ਤੁਹਾਡੀ ਇਨਸਪੀਰੇਸ਼ਨ ਕੌਣ ਨੇ? ਦੂਸਰੀ ਚੀਜ਼, ਤੁਸੀਂ ਕਿੰਨੀ ਅਰਨਿੰਗ ਕਰ ਚੁੱਕੇ ਹੋ? ਤਕਰੀਬਨ 22 ਤੋਂ 24 ਮਹੀਨੇ ਤੁਸੀਂ ਜਿਵੇਂ ਦੱਸਿਆ ਸਾਡੇ ਦਰਸ਼ਕਾਂ ਨੂੰ, ਕਿੰਨੀ ਕੁ ਅਰਨਿੰਗ ਕਰ ਚੁੱਕੇ ਹੋ ਤੇ ਤੁਹਾਡੀ ਇਨਸਪੀਰੇਸ਼ਨ ਇਸ ਸਿਸਟਮ ਦੇ ਵਿੱਚ ਲਿਆਉਣ ਵਾਲੀ ਕਿਹੜੀ ਹੈ? ਐਕਚੁਅਲੀ ਕੀ ਆ ਦੋਸਤੋ ਕਿ ਕਰੋੜਪਤੀ ਬੰਦਾ ਹੋਰ ਕਿਸੇ ਕੰਮ 'ਚ ਨਹੀਂ ਬਣ ਸਕਦਾ, ਬਿਜ਼ਨਸ 'ਚੋਂ ਬਣ ਸਕਦਾ, ਜਿਵੇਂ ਮੈਂ ਬਾਰ-ਬਾਰ ਗੱਲ ਕਰ ਰਿਹਾ ਸੀ। ਜੀ ਸਰ। ਤਾਂ ਮੈਨੂੰ ਇਹ ਤਾਂ ਪਤਾ ਲੱਗ ਗਿਆ ਸੀ ਜੌਬ 'ਚ ਬੰਦਾ ਕਰੋੜਪਤੀ ਨਹੀਂ ਬਣਦਾ, ਜੀ। ਬਿਜ਼ਨਸ 'ਚੋਂ ਬਣ ਸਕਦਾ। ਬਟ ਇਹ ਬਿਜ਼ਨਸ ਦੇ ਵਿੱਚ ਕੀ ਹੋਇਆ ਕਿ ਇੱਕ ਮੈਂ ਪ੍ਰੋਗਰਾਮ ਦੇਖਿਆ ਸੀ 8 ਜੁਲਾਈ 2018, ਉੱਥੇ ਇੱਕ +2 ਫੇਲ ਬੰਦਾ ਅਗਰ ਕਹਿ ਦਿੰਦਾ ਹੈ ਕਿ 2.5 ਲੱਖ ਰੁਪਇਆ ਮੈਨੂੰ ਵੀਕਲੀ ਆਉਂਦਾ, ਜੀ। ਮੈਂ ਕੈਪਿੰਗ ਤੇ ਹਾਂ, ਤਾਂ ਮੈਨੂੰ ਇਹ ਲੱਗਾ ਕਿ +2 ਫੇਲ ਬੰਦਾ ਜੀ। ਅਗਰ 2.5 ਲੱਖ ਰੁਪਇਆ ਹਫ਼ਤੇ ਦਾ ਕਮਾ ਸਕਦਾ ਤਾਂ ਮੈਂ ਕਿਉਂ ਨਹੀਂ। ਜੀ ਬਿਲਕੁਲ। ਠੀਕ ਹੈ। ਔਰ ਮੇਰੀ ਫੈਮਿਲੀ ਵੀ ਉਸ ਦੇ ਨਾਲ ਸੀਗੀ, ਉਹਨਾਂ ਨੂੰ ਇਹ ਲੱਗਿਆ ਕਿ ਜੇ +2 ਫੇਲ ਕਮਾ ਸਕਦਾ, ਅਸੀਂ ਸਾਰੇ ਪੜ੍ਹੇ ਲਿਖੇ ਹਾਂ, ਜੀ। ਠੀਕ ਹੈ, ਤਾਂ ਅਸੀਂ ਕਿਉਂ ਨਹੀਂ ਕਮਾ ਸਕਦੇ। ਜੀ। ਬਸ ਉਸ ਦਿਨ ਤੋਂ ਬਾਅਦ ਇੱਕ ਹੀ ਚੀਜ਼ ਸਿੱਖੀ ਕਿ ਸਿੱਖੀ ਚੱਲੋ, ਕਿਉਂਕਿ ਇਹਦੇ 'ਚ ਸਿੱਖਣ ਨੂੰ ਇੱਕੋ ਚੀਜ਼ ਕਹੀ ਗਈ ਸੀ ਕਿ ਆਪ ਸਿੱਖੋ ਤੇ ਅੱਗੇ ਸਿੱਖੋ, ਆਪ ਸਿੱਖੋ ਅੱਗੇ ਸਿੱਖੋ। ਠੀਕ ਹੈ। ਉਹ ਸਿੱਖਣਾ ਸ਼ੁਰੂ ਕਰਤਾ, ਆਪ ਦਾ ਦਿਮਾਗ ਕਦੇ ਵਰਤਿਆ ਨਹੀਂ। ਜੀ। ਠੀਕ ਹੈ। ਜੋ ਉਸਤਾਦ ਲੋਕ ਕਹਿੰਦੇ ਆ, ਜੋ ਅਪਲਾਈਨ ਕਹਿੰਦੀ ਸੀਗੀ, ਉਹ ਜਿਵੇਂ ਜਿਵੇਂ ਉਹਨਾਂ ਨੇ ਕਿਹਾ, ਆਪਾਂ ਉਹਨਾਂ ਦੇ ਕਹਿਣ ਤੇ ਫੁੱਲ ਚੜਾਉਂਦੇ ਗਏ ਤੇ ਆਪਣੇ ਆਪ ਜਿਹੜਾ ਹੈਗਾ ਇਹ ਤਰੱਕੀ ਹੁੰਦੀ ਗਈ। ਅਗਰ ਗੱਲ ਕਰਾਂ ਤਾਂ ਅੱਜ ਤਰੀਕ ਹੈਗੀ ਹੈ ਜੀ 17
ਨਵੰਬਰ, ਔਰ 7 ਨਵੰਬਰ ਨੂੰ ਮੇਰਾ ਬਰਥਡੇ ਸੀਗਾ, ਔਰ 50 ਸਾਲ ਦਾ ਮੈਂ ਹੋ ਚੁੱਕਿਆ। ਜਿਸ ਦਿਨ ਮੈਂ ਇਹਨੂੰ ਜੁਆਇਨ ਕੀਤਾ ਸੀ 47 ਸਾਲ ਔਰ 8 ਮਹੀਨੇ ਮੇਰੀ ਏਜ ਸੀ ਜੀ। ਉਹਨਾਂ ਪੈਸਾ ਮੈਂ ਉਨੀ ਉਮਰ 'ਚ ਨਹੀਂ ਕਮਾਇਆ ਜਿੰਨਾ ਪੈਸਾ ਮੈਂ 2 ਸਾਲ ਤੇ 4 ਮਹੀਨਿਆਂ 'ਚ ਕਮਾ ਚੁੱਕਿਆ। ਜੀ ਸਰ। ਠੀਕ ਹੈ, ਕਰੋੜ ਹੁਣ ਤੱਕ ਅਗਰ ਗੱਲ ਕਰਾਂ ਤਾਂ 23,16,375 ਰੁਪਏ ਦੀ ਜਿਹੜੀ ਅੱਜ ਤੱਕ ਦੀ ਮੇਰੀ ਜਿਹੜੀ ਹੈਗੀ ਹੈ ਰਿਪੋਰਟ ਤੁਸੀਂ ਚੈੱਕ ਕਰ ਸਕਦੇ ਹੋ, ਕਿਉਂਕਿ ਇਹਦੇ 'ਚ ਪੈਸਾ ਇੱਕ ਨੰਬਰ 'ਚ ਜਾਂਦਾ ਔਰ ਇੱਕ ਨੰਬਰ 'ਚ ਆਉਂਦਾ। ਠੀਕ ਹੈ, ਤੁਸੀਂ ਵੀ ਕਮਾ ਸਕਦੇ ਹੋ ਦੋਸਤੋ। ਠੀਕ ਹੈ, ਬਸ ਸਿਰਫ ਤੁਹਾਨੂੰ ਇਹ ਹੈ ਕਿ ਇਹਨੂੰ ਕਰਨਾ ਕਿਉਂ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜੀ। ਜਿਹੜਾ ਬੰਦਾ ਕਦੇ ਔਕਾਤ ਨਹੀਂ ਸੀ ਰੱਖਦਾ ਇੱਕ ਸਕੂਟਰ ਨੂੰ ਬਦਲ ਕੇ ਮੋਟਰਸਾਈਕਲ ਲੈਣ ਦੀ, ਠੀਕ ਹੈ, ਅੱਜ ਫੈਮਿਲੀ ਦੇ ਵਿੱਚ ਅਗਰ ਗੱਲ ਕਰਾਂ ਤਾਂ 4 ਗੱਡੀਆਂ ਨੇ, ਵਾਹਿਗੁਰੂ ਦੀ ਕਿਰਪਾ ਹੈਗੀ ਹੈ। ਔਰ ਮੇਰੀ ਸਿਰਫ ਇਹੀ ਸੋਚ ਹੈਗੀ ਆ ਕਿ ਮੈਂ ਹਰ ਮਾਈ ਭਾਈ ਜਿਹਦੇ ਕੁਝ ਸੁਪਨੇ ਹੈਗੇ ਜੀ, ਜਿਹੜੇ ਕੁਝ ਬਣਨਾ ਚਾਹੁੰਦੇ ਨੇ, ਠੀਕ ਹੈ, ਮੈਂ ਉਹਨਾਂ ਦੀ ਦਿਨ ਰਾਤ ਹੈਲਪ ਕਰਾਂ। ਇਹਦੇ ਲਈ ਮੈਂ ਅੱਜ ਵੀ ਆਪਦੇ ਘਰ ਤੋਂ ਇੱਕ ਹਫ਼ਤੇ ਦੇ ਵਿੱਚ 4 ਦਿਨ ਜਿਹੜਾ ਹੈਗਾ ਟੂਰ ਤੇ ਰਹਿਣਾ। ਜਿਵੇਂ ਅੱਜ ਇੱਥੇ ਜਲੰਧਰ ਆਏ ਹੋਏ ਆ, ਕੱਲ ਮੈਂ ਹੁਸ਼ਿਆਰਪੁਰ ਸੀਗਾ, ਇੱਦਾਂ ਹੀ ਲਗਾਤਾਰ। ਸੋ ਦੋਸਤੋ, ਤੁਸੀਂ ਦੇਖਿਆ ਕਿ ਇੱਕ ਐਸੀ ਜ਼ਬਰਦਸਤ ਪਰਸਨੈਲਿਟੀ ਜਿਹੜੇ ਕਿ ਆਪ ਤੇ ਕਰੋੜਪਤੀ ਬਣੇ ਨੇ, ਲੇਕਿਨ ਉਹਨਾਂ ਦੀ ਇੱਕ ਸੋਚ ਕਿ ਜਿੰਨੇ ਵੀ ਮੇਰੇ ਨਾਲ ਪਰਸਨ ਜਾਣਦੇ ਨੇ ਜਾਂ ਜਿਨ੍ਹਾਂ ਦੇ ਸੁਪਨੇ ਨੇ ਪੂਰੇ ਕਰਨੇ ਚਾਹੁੰਦੇ ਨੇ, ਉਹ ਮੇਰੇ ਨਾਲ ਕਰੋੜਪਤੀ ਇਸ ਸਿਸਟਮ ਰਾਹੀਂ ਬਣ ਸਕਦੇ ਨੇ। ਸੋ ਅਸੀਂ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜਲੰਧਰ ਦੇ ਵਿੱਚ, ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕ ਇਹਨਾਂ ਦੇ ਐਕਸਪੀਰੀਅੰਸਿਸ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ, ਤੇ ਜਿਹੜੇ ਵੀ ਪਰਸਨ ਇਸ ਕਨਸੈਪਟ ਨਾਲ ਜੁੜਨਾ ਚਾਹਣ ਉਹ ਸਾਡੇ ਸਕਰੀਨ ਦੇ ਦਿੱਤੇ ਨੰਬਰ ਦੇ ਉੱਤੇ ਕੰਟੈਕਟ ਕਰ ਸਕਦੇ ਨੇ। ਸੋ ਥੈਂਕ ਯੂ ਸਰ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਲੰਧਰ 'ਚ, ਤੇ ਥੈਂਕ ਯੂ ਤੁਹਾਡਾ ਕੀਮਤੀ ਸਮਾਂ ਲੈਣ ਲਈ। ਜੇਕਰ ਕੋਈ ਮੈਸੇਜ ਤੁਸੀਂ ਸਾਡੇ ਵਿਊਵਰਸ ਨੂੰ ਦੇਣਾ ਚਾਹੋ ਤੇ ਜ਼ਰੂਰ ਸਰ ਤੁਸੀਂ ਮੈਸੇਜ ਦੇ ਸਕਦੇ ਹੋ। ਦੋਸਤੋ, ਮੇਰਾ ਮੈਸੇਜ ਤਾਂ ਇਹੀ ਆ, ਅਗਰ ਤੁਹਾਡੇ ਸੁਪਨੇ ਹੈਗੇ ਆ, ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੇ ਹੋ ਜੀ, ਤਾਂ ਇੰਡਸ ਯੂਗਾ ਹੈਲਥ ਸਾਇੰਸ ਤੁਹਾਡੇ ਨਾਲ ਖੜੀ ਹੈ ਜੀ। ਤੁਹਾਡੇ ਸਾਰੇ ਸੁਪਨੇ ਸਾਕਾਰ ਕਰਨ। ਵਾਈਬ੍ਰੈਂਟ ਵੀਵਾ ਐਜੂਕੇਸ਼ਨ ਸਿਸਟਮ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾ ਜੀ, ਤੁਹਾਨੂੰ ਕਾਮਯਾਬ ਕਰਨ। ਬਟ ਇੱਕ ਤੁਹਾਡੀ ਹਾਂ ਦੀ ਲੋੜ ਆ, ਤੁਹਾਡੀ ਯੈਸ ਦੀ ਲੋੜ ਆ, ਤੁਹਾਡੇ ਜਨੂਨ ਦੀ ਲੋੜ ਆ, ਤੁਹਾਡੀ ਮਿਹਨਤ ਦੀ ਲੋੜ ਆ। ਜੀ। ਥੈਂਕ ਯੂ ਸੋ ਮਚ ਦੋਸਤੋ। ਥੈਂਕ ਯੂ ਸਰ, ਥੈਂਕ ਯੂ ਵੈਰੀ